ब्रेक तो बाद तुहाडा स्वागत है लीडर साहब। हुण साडे दर्शकां नूं दसो अज दे दिन दी की इतिहासक अहमियत है। सिख इतिहास के हवाले नाल 1873 ਦੇ ਵਿੱਚ ਅੱਜ ਦੇ ਦਿਨ ਸਿੰਘ ਸਭਾ ਦੀ ਸਥਾਪਨਾ ਹੋਈ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਜੀ। ਸਰਦਾਰ ਠਾਕੁਰ ਸਿੰਘ ਸੰਧਾ ਵਾਲੀਏ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਚੋਂ ਹੀ ਸਨ, ਦਲੀਪ ਸਿੰਘ ਛੋਟੇ ਪ੍ਰਿੰਸ ਦੇ ਕਜ਼ਨ ਵੀ ਲੱਗਦੇ ਸਨ, ਉਹ ਪਹਿਲੇ ਪ੍ਰਧਾਨ ਬਣੇ। ਔਰ ਇਸ ਦੀ ਬਿਗਨਿੰਗ ਦਾ ਇੱਕ ਇਤਿਹਾਸਕ ਵਾਕਿਆ ਆਉਂਦਾ ਹੈ ਕਿ ਕਿਵੇਂ ਜਦੋਂ ਸਿੱਖ ਰਾਜ 1849 'ਚ ਅੰਗਰੇਜ਼ਾਂ ਨੇ ਲਿਆ, ਉਹਨਾਂ ਨੇ ਈਵਨ ਹਰਿਮੰਦਰ ਸਾਹਿਬ ਦੇ ਬਾਹਰ ਜਿਹੜਾ ਹੈ ਉਹ ਇੱਕ ਚਰਚਨੁਮਾ ਉਹਨਾਂ ਨੇ ਆਪਣਾ ਸੈਂਟਰ ਬਣਾਇਆ, ਬਾਈਬਲ ਦੀਆਂ ਕਲਾਸਾਂ ਈਸਾਈ ਬਣਾਉਣੇ ਸ਼ੁਰੂ ਕੀਤੇ ਜੀ। ਔਰ ਮਿਸ਼ਨ ਸਕੂਲ ਵੀ ਖੋਲ੍ਹਿਆ। ਉਸ ਮਿਸ਼ਨ ਸਕੂਲ ਦੇ 4 ਚੰਗੇ ਸਰਦਾਰਾਂ ਦੇ ਮੁੰਡੇ ਉਹਨਾਂ ਨੇ ਪਬਲਿਕਲੀ ਐਲਾਨ ਕੀਤਾ ਕਿ ਅਸੀਂ ਸਿੱਖ ਧਰਮ ਛੱਡ ਰਹੇ ਹਾਂ ਔਰ ਅਸੀਂ ਈਸਾਈ ਧਰਮ ਅਡੋਪਟ ਕਰ ਰਹੇ ਹਾਂ, ਕਿਉਂਕਿ ਮਿਸ਼ਨਰੀਆਂ ਦਾ ਜ਼ੋਰ ਪਿਆ, ਸਿੱਖਾਂ ਦਾ ਰਾਜ ਗਿਆ ਸੀ, ਅੱਧੇ ਸਿੱਖ ਵਾਪਸ ਹਿੰਦੂਆਂ 'ਚ ਜਾ ਰਹੇ ਸੀ, ਕੋਈ ਮੂਰਤੀ ਪੂਜਾ ਕਰ ਰਹੇ ਸੀ, ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਲਿਆ ਕੇ ਦੇਵੀ ਦੇਵਤਿਆਂ ਦੇ ਬੁੱਤ ਰੱਖੇ ਹੋਏ ਸੀ। ਸੋ ਉਹਨਾਂ ਹਾਲਾਤਾਂ ਜਦੋਂ ਇਹਨਾਂ ਵਿਦਿਆਰਥੀਆਂ ਨੇ ਇਹ ਅਨਾਊਂਸ, ਫਿਰ ਸਿੱਖ ਹਿੱਲੇ ਵੀ ਕੀ ਹੈ। ਚਲੋ ਸਿਆਣੇ ਸਿੱਖਾਂ ਨੇ ਉਹਨਾਂ ਬੱਚਿਆਂ ਤੱਕ ਜਿਨ੍ਹਾਂ ਦੇ ਬੱਚੇ ਸੀ ਪਹੁੰਚ ਕਰਕੇ ਉਹਨਾਂ ਨੂੰ ਸਮਝਾ ਬੁਝਾ ਕੇ ਜਿਹੜਾ ਇਸ ਪਾਸੇ ਤੋਂ ਤਾਂ ਰੋਕ ਲਿਆ ਕਿ ਵੀ ਸਿੱਖੀ ਦਾ ਤਿਆਗ ਨਹੀਂ ਕਰਨਾ, ਲੇਕਿਨ ਇਹਨੇ ਅੱਖਾਂ ਖੋਲ੍ਹ ਦਿੱਤੀਆਂ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਔਰ ਇਹ ਉਹ ਪੀਰੀਅਡ ਸੀ ਕਿ ਜਿਹਦੇ 'ਚ ਬੜੀ ਤੇਜ਼ੀ ਨਾਲ ਸਿੱਖਾਂ ਦੀ ਆਬਾਦੀ ਵੀ ਘਟ ਗਈ ਸੀ। ਔਰ ਮੈਂ ਫਿਗਰਸ ਦੇਖ ਰਿਹਾ ਸੀ ਕਿ 1881 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਉਹਦੇ 'ਚ ਸਿੱਖਾਂ ਦੀ ਆਬਾਦੀ ਜਿਹੜੀ ਹੈ 2 ਮਿਲੀਅਨ ਤੋਂ ਵੀ ਘੱਟ ਸੀ, 20 ਲੱਖ ਤੋਂ ਵੀ ਘੱਟ ਸੀ, ਔਰ ਹੋਰ ਘਟਦੀ ਜਾ ਰਹੀ ਸੀ। ਸੋ ਸਿੱਖਾਂ ਨੇ ਫਿਰ ਇਕੱਠੇ ਹੋ ਕੇ ਅੰਮ੍ਰਿਤਸਰ ਦੇ ਵਿੱਚ ਇਹ ਸਿੰਘ ਸਭਾ ਜਿਹੜਾ ਹੈ ਇਸ ਦੀ ਸਥਾਪਨਾ ਕੀਤੀ। ਅੰਮ੍ਰਿਤਸਰ ਸਿੰਘ ਸਭਾ ਠਾਕੁਰ ਸਿੰਘ ਸੰਧਾਵਾਲੀਆ ਪ੍ਰਧਾਨ ਬਣੇ ਜੀ। ਔਰ ਇਹਨਾਂ ਦੇ ਪ੍ਰਚਾਰ ਦਾ ਨਤੀਜਾ ਸੀ ਸਮਾਂ ਪਾ ਕੇ ਬੇਸ਼ੱਕ ਇਹ 2 ਹਿੱਸੇ ਬਣ ਗਏ। ਸਿੰਘ ਸਭਾ ਲਾਹੌਰ ਬਣੀ ਜਿਹਦੇ 'ਚ ਭਾਈ ਗੁਰਮੁਖ ਸਿੰਘ ਉਹਨਾਂ ਨੇ ਔਰ ਬਾਅਦ ਦੇ ਵਿੱਚ ਭਾਈ ਦਿੱਤ ਸਿੰਘ ਉਹਨਾਂ ਨੂੰ ਜੁਆਇਨ ਕੀਤਾ। ਥਾਂ ਸਿੰਘ ਸਭਾਵਾਂ ਬਣੀਆਂ ਔਰ ਫਿਰ ਅਸੀਂ ਦੇਖਦੇ ਹਾਂ ਕਿ 2001 ਤੱਕ ਪਹੁੰਚਦੇ ਹਾਂ। ਇਹ ਜਿਹੜੇ 25-30 ਸਾਲ ਦੇ ਵਿੱਚ ਬਹੁਤ ਜ਼ਿਆਦਾ ਸਿੱਖਾਂ ਦੀ ਗਿਣਤੀ ਵਧੀ, ਆਬਾਦੀ ਵਧੀ। ਕਿੱਥੇ 2 ਮਿਲੀਅਨ ਤੋਂ ਘੱਟ ਸੀ, ਅੱਜ ਅਸੀਂ 30 ਮਿਲੀਅਨ ਹੈ। ਸੋ ਅਸੀਂ ਬਹੁਤ ਕੁਛ ਅੱਜ ਸਾਡੀਆਂ ਜਿਸ ਤਰੀਕੇ ਨਾਲ ਸਾਡੀ ਫਾਈਨਲ ਰਹਿਤ ਮਰਿਆਦਾ ਹੋਣ ਦੇ ਇਹ ਸਾਰੇ ਦਾ ਬਹੁਤ ਸਾਰਾ ਕ੍ਰੈਡਿਟ ਜਿਹੜਾ ਹੈ ਇਹ ਉਸ ਪੀਰੀਅਡ ਨੂੰ ਜਾਂਦਾ ਹੈ ਜਿਹਦੇ 'ਚ ਠਾਕੁਰ ਸਿੰਘ ਸੰਧਾਵਾਲੀਆ, ਉਹਨਾਂ ਦੇ ਵਿੱਚ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਜਿਨ੍ਹਾਂ ਨੇ ਫਿਰ ਸਿੱਖੀ ਪ੍ਰਚਾਰ ਦੇ ਲਈ ਛੋਟੀਆਂ ਲਿਖਤਾਂ ਲਿਖੀਆਂ, ਪ੍ਰਚਾਰ ਕੀਤਾ, ਥਾਈਂ ਪਹੁੰਚ ਕੀਤੀ। ਸੋ ਅਸੀਂ ਉਹਨਾਂ ਸਾਰੇ ਹੀ ਸਿੰਘ ਸਭਾ ਲਹਿਰ ਦੇ ਉਹਨਾਂ ਬਹਾਦਰ ਜਿਹੜੇ ਯੋਧਾ ਮੈਂ ਕਹਾਂਗਾ ਸ਼ਬਦ ਉਹਨਾਂ ਲਈ ਵੀ ਕਿ ਜਿਨ੍ਹਾਂ ਨੇ ਇੰਨੀਆਂ ਔਡਸ ਦੇ ਬਾਵਜੂਦ ਇੱਕ ਪਾਸੇ ਆਰੀਆ ਸਮਾਜੀਆਂ ਨਾਲ ਟੱਕਰ ਲੈ ਰਹੇ ਸੀ, ਇੱਕ ਪਾਸੇ ਈਸਾਈ ਮਿਸ਼ਨਰੀਆਂ ਨਾਲ ਲੈ ਰਹੇ ਸੀ, ਇੱਕ ਪਾਸੇ ਆਪਣੇ ਸਨਾਤਨੀ ਸਿੱਖਾਂ ਨਾਲ ਲੈ ਰਹੇ ਸੀ। ਕਿਉਂਕਿ ਸਿੰਘ ਸਭਾ ਮੂਵਮੈਂਟ ਦੇ ਵਿੱਚ ਵੀ ਉਹ ਲੋਕ ਪਹਿਲਾਂ ਜੁਆਇਨ ਕੀਤੇ ਖੇਮ ਸਿੰਘ ਬੇਦੀ ਵਰਗੇ ਜਿਨ੍ਹਾਂ ਨੇ ਜਨੇਊ ਵੀ ਪਾਇਆ ਹੋਇਆ ਸੀ, ਕਿਰਪਾਨ ਵੀ ਪਾਈ ਹੋਈ ਸੀ। ਜਨੇਊ ਕਿਉਂ ਪਾਇਆ ਜੀ? ਇਹ ਸਾਡਾ ਸਨਾਤਨ ਹਿੰਦੂ ਧਰਮ ਹੈ। ਕਿਰਪਾਨ ਕਿਉਂ ਪਾਈ ਹੈ ਜੀ? ਇਹ ਗੁਰੂਆਂ ਨੇ ਕਿਹਾ। ਸੋ ਉਸ ਕਿਸਮ ਅੱਜ ਜਿਹੜਾ ਹਕੂਮਤ ਦਾ ਯਤਨ ਹੈ 1920 ਤੋਂ ਪਹਿਲਾਂ ਉਹੀ ਸਨਾਤਨੀ ਧਰਮ ਜਿਹਦੇ 'ਚੋਂ ਸਿੰਘ ਸਭਾ ਲਹਿਰ ਨੇ, ਸਿੰਘ ਸਭਾ ਲਹਿਰ ਫਿਰ ਲਾਹੌਰ ਦਰਬਾਰ, ਫਿਰ ਚੀਫ ਖਾਲਸਾ ਦੀਵਾਨ, ਉਹਦੇ 'ਚੋਂ ਅਕਾਲੀ ਲਹਿਰ 1920 'ਚ ਨਿਕਲੀ ਔਰ ਸਿੱਖੀ ਦੀ ਜਾਗਰਤੀ ਹੋਈ। 1923 ਦੇ ਵਿੱਚ ਮਹਾਰਾਜਾ ਨਾਭਾ ਵਾਸਤੇ ਅਰਦਾਸ ਦਿਵਸ ਕੀਤਾ ਗਿਆ। 1984 ਦੇ ਵਿੱਚ ਕਿ ਉਹਨਾਂ ਨੂੰ ਵਾਪਸ ਗੱਦੀ 'ਤੇ ਬਿਠਾਇਆ ਜਾਏ। 1984 ਦੇ ਵਿੱਚ ਸਾਧੂ ਸਿੰਘ ਹਮਦਰਦ ਅਜੀਤ ਅਖਬਾਰ ਦੇ ਬਾਨੀ ਔਰ ਐਡੀਟਰ, ਉਹਨਾਂ ਦੀ ਡੈਥ ਹੋਈ। ਉਹਨਾਂ ਨੇ ਜੂਨ 84 ਦੇ ਹਮਲੇ ਵੇਲੇ ਆਪਣਾ ਪਦਮ ਸ਼੍ਰੀ ਅਵਾਰਡ ਵੀ ਮੋੜ ਦਿੱਤਾ ਸੀ। ਔਰ ਇਹ ਕਿਹਾ ਜਾਂਦਾ ਹੈ ਕਿ ਉਸ ਹਮਲੇ ਨੇ ਹੀ ਉਹਨਾਂ ਨੂੰ ਇੰਨਾ ਸ਼ੌਕ ਦਿੱਤਾ ਹੈ ਕਿ ਉਹ ਦਿਲ ਦੇ ਦੌਰੇ ਨਾਲ ਜਿਹੜੇ ਨੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋਈ। ਔਰ ਜਿਵੇਂ ਮੈਂ ਦੱਸਿਆ ਵੀ 1992 ਦੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਸ਼ਹੀਦੀ ਹੋਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1858 'ਚ ਅਮਰੀਕਨ ਸਿਟੀਜ਼ਨਸ ਨੂੰ ਇਹ ਅਲਾਓ ਕੀਤਾ ਕਿ ਜਾਪਾਨ 'ਚੋਂ ਕਿਤੇ ਵੀ ਜਾ ਕੇ ਰਹਿ ਸਕਦੇ ਨੇ। 1927 ਦੇ ਵਿੱਚ ਹਿਟਲਰ ਨਾਜ਼ੀ ਪਾਰਟੀ ਦਾ ਮੁਖੀ ਬਣਿਆ। 1927 ਦੇ ਵਿੱਚ ਪਹਿਲੀ ਵਾਰ ਨਿਊਯਾਰਕ ਦੇ ਬੈਲੇਵਿਊ ਹਸਪੀਟਲ ਦੇ ਵਿੱਚ ਲੋਹੇ ਦਾ ਫੇਫੜਾ ਸਰਜਰੀ ਹੋਈ ਔਰ ਆਇਰਨ ਲੰਗ ਪਾਇਆ ਗਿਆ। 1937 ਦੇ ਵਿੱਚ ਜਾਪਾਨੀਆਂ ਦੀ ਫੌਜ ਨੇ ਪੀਕਿੰਗ ਦੇ ਉੱਤੇ ਕਬਜ਼ਾ ਕੀਤਾ। 1940 ਦੇ ਵਿੱਚ ਜੌਨ ਸਿਗਮੁਇੰਡ ਨੇ ਮਿਸਿਸਿਪੀ ਦਰਿਆ ਨੂੰ ਪਾਰ ਕੀਤਾ, ਜਿਹੜਾ 292 ਮੀਲ ਦਾ ਫੈਸਲਾ ਉਹਨੇ ਲਗਭਗ 90 ਘੰਟੇ 'ਚ ਤੈਅ ਕੀਤਾ। ਔਰ 2011 ਦੇ ਵਿੱਚ ਸਾਊਥ ਸੁਡਾਨ ਅਫਰੀਕਨ ਯੂਨੀਅਨ ਦਾ 54ਵਾਂ ਮੈਂਬਰ ਦੇਸ਼ ਬਣਿਆ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਚੁਣੇ ਨੇ।
ਸ਼ਲੋਕ ਨੰਬਰ 99 ਤੇ 90। ਜੀ ਪਹਿਲਾ ਸ਼ਲੋਕ ਹੈ ਕਿ ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਆਂ ਨਹੀਂ ਵਹਿਨੇ, ਜੋ ਜੋ ਵੰਜੈ ਡੀੜਾ, ਸੋ ਉਮਰ ਹੱਥ ਪਵਨ। ਹੁਣ ਇੱਕ ਪਾਸੇ ਖਜੂਰਾਂ ਪੱਕੀਆਂ ਅਸੀਂ ਸਮਝਦੇ ਹਾਂ ਜਿਵੇਂ ਮਿੱਠੀ ਖਜੂਰ ਦਾ ਜ਼ਿਕਰ ਹੈ, ਪਰ ਇਹ ਸਰੀਰ ਦੀ ਗੱਲ ਹੈ ਕਿ ਜਿਵੇਂ ਖਜੂਰ ਪੱਕ ਜਾਂਦੀ ਹੈ ਰਸ ਨਾਲ ਭਰੀ ਹੋਈ ਤੇ ਫਿਰ ਉਹ ਖਾਣ ਦੇ ਕਾਬਲ ਹੁੰਦੀ ਹੈ ਕਿ ਜਿਵੇਂ ਉਹਦੀ ਫਾਈਨਲ ਸਟੇਜ ਹੁੰਦੀ ਹੈ, ਇਵੇਂ ਹੀ ਇਹ ਜਿਹੜਾ ਸਰੀਰ ਹੈ ਜਦੋਂ ਅਸੀਂ ਬੁਢਾਪਾ 'ਚ ਆ ਜਾਂਦੇ ਹਾਂ ਤੇ ਸਾਖ ਪਕੀਂਦੇ ਹਾਂ। ਇਹ ਵੀ ਬਾਬਾ ਫਰੀਦ ਨੇ ਇੱਕ ਥਾਂ ਤੇ ਕੀਤਾ ਹੈ ਕਿ ਵੀ ਜਿਵੇਂ ਇਹ ਉਵੇਂ ਹੀ ਹੈ ਜਿਵੇਂ ਖਜੂਰ ਪੱਕੀ ਹੈ, ਜਿਵੇਂ ਸਰੀਰ ਪੱਕ ਗਿਆ। ਜਿਵੇਂ ਕਹਿੰਦੇ ਨੇ ਸਾਡੇ 'ਚ ਕਿ ਜੀ ਪੱਕੀ ਉਮਰ ਆ ਗਈ ਜੀ ਜੀ, ਜਾਂ ਕਹਿਣਗੇ ਜੀ ਬਾਬਾ ਜੀ ਹੁਣ ਸਿਆਣੇ ਹੋ ਗਏ। ਉਹ ਸਿਆਣੇ ਦੂਜੇ ਹੁੰਦੇ ਨੇ, ਉਹਦਾ ਵੀ ਵਾਈਜ਼ ਹੋ ਗਏ ਜੀ। ਸੋ ਬਾਬਾ ਫਰੀਦ ਕਹਿੰਦੇ ਨੇ ਵੀ ਖਜੂਰ ਪੱਕ ਗਈ ਹੈ ਔਰ ਜਿਹੜਾ ਹੁਣ ਇਵੇਂ ਲੱਗਦਾ ਵੀ ਜਿਵੇਂ ਅੱਗੇ ਦਾ ਉਹ ਪ੍ਰੋਮਿਸ ਹੈ ਕਿ ਰਿਵਰਸ ਆਫ ਹਨੀ, ਸ਼ਹਿਦ ਦੀਆਂ ਨਦੀਆਂ ਹੋਣਗੀਆਂ, ਵੀ ਉਹ ਵੀ ਵਗ ਰਹੀਆਂ ਨੇ ਕਿ ਅਗਲਾ ਨਜ਼ਰ ਆ ਰਿਹਾ ਵੀ ਇਹ ਜਾ ਰਿਹਾ ਜੀ। ਤੇ ਦੂਸਰਾ ਜੋ ਜੋ ਵੰਜੈ ਡੀੜਾ, ਸੋ ਉਮਰ ਹੱਥ ਪਵਨ, ਕਿ ਵੀ ਜਿਹੜਾ ਵੀ ਦਿਨ ਗੁਜ਼ਰ ਰਿਹਾ ਉਹ ਸਮਝੋ ਮੇਰੀ ਜ਼ਿੰਦਗੀ ਦੇ ਦਿਨਾਂ 'ਚੋਂ ਸਟੀਲ ਹੋ ਰਿਹਾ, ਚੋਰੀ ਹੋ ਰਿਹਾ, ਕਿਉਂਕਿ ਹੁਣ ਅਖੀਰਲਾ ਇੱਕ ਇੱਕ ਦਿਨ ਗਿਣ ਕੇ ਲੰਘ ਰਿਹਾ ਤੇ ਅਗਲਾ ਉਹ ਨਜ਼ਰ ਆ ਰਿਹਾ ਕਿ ਹੈਵਨ ਦੇ ਵਿੱਚ, ਕਿਉਂਕਿ ਇਹ ਇਸਲਾਮ ਦੇ ਬਿਲੀਫ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਜਿਹਦੇ 'ਚ ਜੰਨਤ ਦਾ ਕਾਨਸੈਪਟ ਹੈ ਕਿ ਖਜੂਰਾਂ ਪੱਕੀਆਂ, ਸ਼ਹਿਦ ਦੀਆਂ ਨਹਿਰਾਂ, ਦੁੱਧ ਦਰਿਆ ਔਰ ਹੂਰਾਂ ਦੀ ਗੱਲ, ਇਹ ਸਾਰਾ ਉਹਨਾਂ ਦੇ ਵਿਸ਼ਵਾਸ ਦਾ ਹਿੱਸਾ ਹੈ। ਪਰ ਕਹਿਣਾ ਬਾਬਾ ਫਰੀਦ ਇਹ ਚਾਹੁੰਦੇ ਨੇ ਕਿ ਬੁਢਾਪਾ ਆ ਗਿਆ ਤੇ ਹੁਣ ਅੱਗੇ ਦੀ ਗੱਲ ਹੈ, ਔਰ ਇਹ ਗੱਲ ਅਗਲੇ ਸ਼ਲੋਕ ਦੇ ਵਿੱਚ ਉਹਨਾਂ ਨੇ ਇਹਨੂੰ ਹੋਰ ਕਲੈਰੀਫਾਈ ਕਰ ਦਿੱਤਾ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੈ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ ਭਾਗ, ਕਿ ਵੀ ਤਨ ਸੁੱਕ ਗਿਆ, ਪਿੰਜਰ ਬਣ ਗਿਆ ਤੇ ਜਿਹੜੀਆਂ ਤਲੀਆਂ ਨੇ ਉਹਨਾਂ ਦੇ ਉੱਤੇ ਕਾਂ ਖੂੰਗੇ ਮਾਰ ਰਹੇ ਨੇ। ਹੁਣ ਜਦੋਂ ਕੋਈ ਬਜ਼ੁਰਗ ਬਾਹਰ ਬੈਠਾ ਹੋਏ, ਜਦੋਂ ਤੁਹਾਡੇ 'ਚ ਮਸਲ ਟੋਨ ਨਹੀਂ ਹੁੰਦੀ, ਆ ਕੇ ਹੀ ਕੋਈ ਚੁੱਕਦਾ ਜਾਂ ਦੂਜਾ ਤੇ ਬਾਹਰ ਆ ਕੇ ਤੁਸੀਂ ਬਿਠਾਇਆ ਹੋਇਆ ਕੁਰਸੀ ਦੇ ਉੱਤੇ ਤੇ ਉਹ ਭਾਵੇਂ ਕਾਂ ਵੀ ਮਾਰੇ ਠੂੰਗਾ, ਤੁਹਾਡੇ ਸਰੀਰ 'ਚ ਹੀ ਸੱਤਾ ਨਹੀਂ ਹੁੰਦੀ ਵੀ ਤੁਸੀਂ ਕਾਂ ਨੂੰ ਉਡਾ ਸਕੋ, ਤੇ ਮੱਖੀ ਨਹੀਂ ਉਡਾਈ ਜਾਂਦੀ ਜੀ। ਸੋ ਇਹ ਉਹ ਬੁਢਾਪੇ ਦੀ ਸਿਚੁਏਸ਼ਨ ਹੈ ਕਿ ਜੇ ਤੁਸੀਂ ਬੇਬਸ ਹੋ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਸੁੱਕਾ ਪਿੰਜਰ ਬਣ ਗਿਆ ਤਨ, ਤਲੀਆਂ ਖੂੰਗੇ ਕਾਗ, ਅਜੈ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ, ਕਿ ਇਹ ਜਿਹੜਾ ਫੇਟ ਹੈ ਅਲਟੀਮੇਟਲੀ ਦੇਖ ਬੰਦੇ ਕੇ ਭਾਗ ਹੈ, ਜਿਵੇਂ ਕਿ ਅਲਟੀਮੇਟ ਫੇਟ ਆਫ ਦਾ ਆਲ ਮੋਰਟਲ ਬੀਇੰਗਸ, ਜਿੰਨੇ ਅਸੀਂ ਦੁਨੀਆ ਦੇ ਲੋਕ ਹੈ ਇਹੀ ਰਸਤਾ ਹੈ, ਇਹੀ ਐਂਡ ਹੈ ਕਿ ਵੀ ਅਲਟੀਮੇਟਲੀ ਇਸ ਥਾਂ ਤੇ ਆ ਜਾਣਾ। ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਧ ਪਈ, ਤਾਊ ਨਾ ਹਰ ਰਸ ਲੀਨ, ਕਿ ਸਿਰ ਕੰਬ ਰਿਹਾ, ਹਿਲ ਰਿਹਾ, ਪੈਰ ਤੁਰਦੇ ਆ, ਡਗਮਗਾ ਰਹੇ ਨੇ, ਸੋਟੀ ਵੀ ਫੜੀ ਹੋਈ ਹੈ, ਫਿਰ ਵੀ ਪਤਾ ਨਹੀਂ ਕਦੋਂ ਡਿੱਗ ਕੇ ਕਿਹਦੇ 'ਚ ਵੱਜਣਾ ਜੀ। ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤ ਤੇ ਹੀਨ, ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਹੈ ਜੀ। ਇਹ ਬਿਧ ਗੁਰੂ ਸਾਹਿਬ ਕਹਿੰਦੇ ਨੇ, ਕਹੋ ਨਾਨਕ ਇਹ ਬਿਧ ਪਈ, ਆਹ ਤੇਰਾ ਹਾਲ ਹੋ ਗਿਆ ਕਿ ਜਿਸ ਜਵਾਨੀ ਦਾ ਤੈਨੂੰ ਹੰਕਾਰ ਹੈ, ਜਿਸ ਜਵਾਨੀ 'ਚ ਵੰਨ ਸਵੰਨੇ ਕੱਪੜੇ, ਵੰਨ ਸਵੰਨੇ ਖੁਸ਼ਬੂਆਂ, ਵੰਨ ਸਵੰਨੇ ਹੋਰ ਚਲਿੱਤਰ ਮਨੁੱਖ ਕਰਦਾ, ਉਹ ਇਹ ਸਮਝਦਾ ਕਿ ਸ਼ਾਇਦ ਇਹ ਦੇਹ ਹੀ ਅਲਟੀਮੇਟ ਹੈ, ਇਹ ਇਸ ਦੇਹ ਨਾਲ ਹੀ ਸਭ ਕੁਝ ਜੁੜਿਆ ਹੋਇਆ ਜੀ। ਪਰ ਜਦੋਂ ਬੁਢਾਪਾ ਆਉਂਦਾ ਫਿਰ ਇਹ ਨਜ਼ਰ ਆਉਂਦਾ ਵੀ ਇਹ ਤਾਂ ਕੁਝ ਵੀ ਨਹੀਂ ਹੈ। ਅੰਗ ਵੀ ਸਾਥ ਛੱਡ ਰਹੇ ਨੇ, ਅੱਖਾਂ ਵੀ ਸਾਥ ਛੱਡ ਰਹੀਆਂ ਨੇ, ਕੰਨਾਂ 'ਚੋਂ ਵੀ ਆਵਾਜ਼, ਸਪਤ ਪਤਾਲ ਕੀ ਬਾਣੀ, ਇਵੇਂ ਲੱਗਦਾ ਵੀ 7ਵੇਂ ਪਤਾਲ 'ਚੋਂ ਆਵਾਜ਼ ਨਿਕਲ ਰਹੀ ਹੈ ਜੀ ਜੀ। ਲੋਚਨ ਸ਼ਰਮ ਹੈ ਬੁੱਧ ਬਲ ਬੁੱਧ ਨਾਠੀ, ਤੋਂ ਕਾਲ ਪਾਵਸ ਮਧਾਣੀ, ਕਿ ਮੌਤ ਨੇ ਆ ਕੇ ਮਧਾਣੀ ਪਾਈ ਹੋਈ ਹੈ ਔਰ ਅੱਖਾਂ ਜਿਹੜੀਆਂ ਨੇ ਉਹ ਯਤਨ ਕਰਕੇ ਵੀ ਉਹਨਾਂ ਨਾਲ ਨਜ਼ਰ ਨਹੀਂ ਆਉਂਦਾ ਜੀ ਜੀ। ਸੋ ਇਹੀ ਬਾਬਾ ਫਰੀਦ ਨੇ ਕਿਹਾ ਕਿ ਅਜੈ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ, ਕਿ ਵੀ ਆਹ ਹਾਲ ਤੇਰਾ ਹੋ ਗਿਆ ਤੇ ਅਲਟੀਮੇਟਲੀ ਹਰ ਇੱਕ ਦਾ ਹੀ ਇਹ ਹਾਲ ਹੋਣਾ। ਅਸੀਂ ਵੀ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਆ ਜੀ, ਇਹਦੇ ਨੇੜੇ ਤੇੜੇ ਹੀ ਪਹੁੰਚਣ ਵਾਲੇ ਜੀ ਜੀ। ਤੇ ਰੱਬ ਸਾਨੂੰ ਅਜੇ ਵੀ ਯਾਦ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।